Welcome to Victor's Knowledge. This is Chinu Sharma, and today I am going to discuss with you top 70 MCQs from diseases, human body, vitamins, minerals, immunity, cell. So basically ਇਹ ਆਪਣੇ ਅੱਜ ਦੇ ਟੌਪਿਕ ਰਹਿਣਗੇ MCQs ਦੇ। ਸੋ ਮੈਂ ਟਰਾਈ ਕਰੂੰਗੀ ਕਿ ਜਿਵੇਂ ਹੁਣ ਤੁਹਾਨੂੰ ਪਤਾ ਹੈ ਮੈਂ ਮੇਜਰਲੀ ਸਬ ਇੰਸਪੈਕਟਰ ਦੇ ਸਿਲੇਬਸ ਉੱਤੇ ਫੋਕਸ ਕਰ ਰਹੀ ਹਾਂ। ਸੋ ਮੈਂ ਹੁਣ ਜਦੋਂ ਕੰਪਿਊਟਰ ਦਾ ਸਿਲੇਬਸ ਹੈ ਜਿਹੜਾ ਉਹ ਆਲਮੋਸਟ ਆਪਣਾ ਖਤਮ ਹੋਣ ਵਾਲਾ ਹੈ, ਉਹ ਖਤਮ ਕਰਵਾ ਕੇ ਨੈਕਸਟ ਮੈਂ ਸਟਾਰਟ ਕਰੂੰਗੀ ਇਕਨੋਮਿਕਸ ਜਾਂ ਫਿਰ ਜੀਓਗ੍ਰਾਫੀ ਪੰਜਾਬ ਦੀ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਪਹਿਲਾਂ ਪੰਜਾਬ ਜੀਕੇ ਜੀਓਗ੍ਰਾਫੀ ਉਹ ਚੀਜ਼ਾਂ ਪੜ੍ਹਨੀਆਂ ਨੇ ਜਾਂ ਫਿਰ ਤੁਸੀਂ ਇਕਨੋਮਿਕਸ ਪੂਰੀ ਕੰਪਲੀਟ ਕਰਨੀ ਹੈ। ਸੋ ਆਈ ਵਿਲ ਪ੍ਰੀਪੇਅਰ ਮਾਈ ਲੈਕਚਰਸ ਅਕੋਰਡਿੰਗਲੀ ਐਂਡ ਨਾਲ ਮੈਂ ਟਰਾਈ ਕਰੂੰਗੀ ਕਿ ਤੁਹਾਨੂੰ ਹਰ 1-2 ਦਿਨ ਦੇ ਗੈਪ ਦੇ ਨਾਲ ਇਹ ਟੌਪ 70 100 ਕਦੇ 50 MCQs ਦੀਆਂ ਵੀਡੀਓਜ਼ ਨਾਲ ਦੀ ਨਾਲ ਪ੍ਰੋਵਾਈਡ ਕਰਦੀ ਰਹਾਂ so that ਤੁਹਾਡੀ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਇਹ ਸਬਜੈਕਟ ਦੀ ਤਿਆਰੀ ਹੈ ਇਹ ਨਾਲ ਚੱਲੀ ਜਾਵੇ। So let's start with the first question. Diseases that spread from one person to another are called ਕਿਹੜੀਆਂ ਇਹ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਇੱਕ ਇਨਸਾਨ ਤੋਂ ਦੂਜੇ ਵਿੱਚ ਸਪਰੈਡ ਹੁੰਦੀਆਂ ਨੇ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ A communicable disease। Next ਹੈ night blindness is caused due to deficiency of ਇਹ ਕੁਐਸਚਨ ਬਹੁਤ ਵਾਰੀ ਆਲਰੇਡੀ ਐਗਜ਼ਾਮਸ ਵਿੱਚ ਆ ਚੁੱਕਿਆ ਹੈ। ਸੋ ਜਿੰਨੀਆਂ ਵੀ ਡਿਸੀਜ਼ਸ ਕਿਸੇ ਵੀ ਵਿਟਾਮਿਨ ਦੀ ਕਮੀ ਦੇ ਨਾਲ ਹੁੰਦੀਆਂ ਨੇ ਇਹ ਕੁਐਸਚਨ ਤੁਸੀਂ 100% ਤਿਆਰ ਕਰਕੇ ਜਾਣਾ ਹੈ। ਸੋ ਨਾਈਟ ਬਲਾਈਂਡਨੈਸ ਹੁੰਦੀ ਹੈ ਵਿਟਾਮਿਨ A ਦੀ ਕਮੀ ਦੇ ਨਾਲ। Third is which of the following disease is an example of non-communicable disease ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਇਹ ਜਿਹੀ ਬਿਮਾਰੀ ਹੈ ਜਿਹੜੀ ਇੱਕ ਤੋਂ ਦੂਜੇ ਪਰਸਨ ਦੇ ਵਿੱਚ ਸਪਰੈਡ ਨਹੀਂ ਹੁੰਦੀ। ਸੋ ਨਾਨ ਕਮਿਊਨੀਕੇਬਲ ਹੈ which cannot spread from one person to another। ਸੋ ਇਹਦੇ ਆਪਸ਼ਨਸ ਹੈ ਕੈਂਸਰ, ਡਾਇਬੀਟੀਜ਼, ਹਾਈਪਰਟੈਂਸ਼ਨ ਜਾਂ ਫਿਰ D all the above। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ D ਜਿਹੜੀਆਂ ਇਹ ਤਿੰਨੋਂ ਬਿਮਾਰੀਆਂ ਨੇ ਇਹ ਤਿੰਨੋਂ ਨਾਨ ਕਮਿਊਨੀਕੇਬਲ ਨੇ। Next ਹੈ Alzheimer and osteoporosis are examples of ਸੋ ਇਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੇ। ਸੋ ਇਹ ਨੇ ਡੀਜਨਰੇਟਿਵ ਡਿਸੀਜ਼ਸ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿੰਨੀ ਆ ਕਿ ਡੀਜਨਰੇਟਿਵ ਡਿਸੀਜ਼ ਕਿਹੜੀ ਹੁੰਦੀ ਹੈ ਕਿਉਂਕਿ ਆਪਾਂ ਨੇ ਕਮਿਊਨੀਕੇਬਲ ਨਾਨ ਕਮਿਊਨੀਕੇਬਲ ਤਾਂ ਛੋਟੇ ਹੁੰਦੇ ਤੋਂ ਪੜ੍ਹੀਆਂ ਨੇ। ਇਹ ਨਾਮ ਸ਼ਾਇਦ ਕਈ ਸਟੂਡੈਂਟਸ ਲਈ ਥੋੜਾ ਨਵਾਂ ਹੋਊਗਾ। ਸੋ ਇਹ ਇਹ ਜਿਹੀ ਡਿਸੀਜ਼ ਹੈ ਜਿਹਦੇ ਵਿੱਚ ਜਿਹੜਾ ਫੰਕਸ਼ਨ ਹੈ ਜਾਂ ਫਿਰ ਸਟਰਕਚਰ ਹੈ ਕਿਸੇ ਵੀ ਆਰਗਨ ਜਾਂ ਟਿਸ਼ੂ ਦਾ ਇਹ ਤੁਸੀਂ ਇੰਪੋਰਟੈਂਟ ਯਾਦ ਰੱਖਣਾ ਹੈ ਵੀ ਕਿਸੇ ਵੀ ਆਰਗਨ ਜਾਂ ਟਿਸ਼ੂ ਦਾ ਉਹ ਟਾਈਮ ਪੈਣ ਦੇ ਨਾਲ ਹੋਰ ਵਰਸ ਹੋਰ ਖਰਾਬ ਹੁੰਦਾ ਰਹਿੰਦਾ ਹੈ। ਇਹਦੀ ਇੱਕ ਕੈਟੇਗਰੀ ਆਰਥਰਾਈਟਿਸ ਵੀ ਹੈ। ਸੋ ਜਿਹੜੀਆਂ ਇਸ ਟਾਈਪ ਦੀ ਬਿਮਾਰੀਆਂ ਨੇ ਇਹ ਜਿਵੇਂ ਜਿਵੇਂ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਵੱਧਦੀ ਜਾਂਦੀ ਹੈ ਜਿਹੜੇ ਆਰਗਨ ਟਿਸ਼ੂਜ਼ ਤੇ ਉਸ ਪ੍ਰੋਬਲਮ ਨੇ ਅਫੈਕਟ ਕੀਤਾ ਹੁੰਦਾ ਉਹ ਹੋਰ ਜ਼ਿਆਦਾ ਵਰਸ ਹੁੰਦੇ ਰਹਿੰਦੇ ਨੇ ਉਹਨਾਂ ਦਾ ਫੰਕਸ਼ਨ ਉਹਨਾਂ ਦਾ ਸਟਰਕਚਰ ਵਿਗੜਦਾ ਰਹਿੰਦਾ ਹੈ। Fifth ਹੈ excessive bleeding during an injury is a deficiency of ਸੋ ਕਹਿੰਦੇ ਜਦੋਂ ਵੀ ਆਪਾਂ ਨੂੰ ਕੋਈ ਸੱਟ ਲੱਗਦੀ ਹੈ ਤਾਂ ਆਪਣੇ ਕਈ ਵਾਰੀ ਜ਼ਿਆਦਾ ਖੂਨ ਨਿਕਲਦਾ ਰਹਿੰਦਾ ਹੈ। ਸੋ ਕਹਿੰਦੇ ਉਹ ਚੀਜ਼ ਕਿਹਦੀ ਕਮੀ ਨਾਲ ਹੁੰਦੀ ਹੈ ਇਹ ਹੁੰਦਾ ਵਿਟਾਮਿਨ K ਦੀ ਕਮੀ ਨਾਲ। ਸੋ ਜਿਹੜੇ ਵੀ ਇਨਸਾਨ ਦੇ ਵਿੱਚ ਵਿਟਾਮਿਨ K ਦੀ ਕਮੀ ਹੋ ਤਾਂ ਉਹਦੇ ਥੋੜੀ ਜਿਹੀ ਵੀ ਸੱਟ ਲੱਗਣ ਦੇ ਨਾਲ ਬਹੁਤ ਜ਼ਿਆਦਾ ਬਲੀਡਿੰਗ ਹੋ। ਨੈਕਸਟ ਹੈ goiter and enlarged thyroid gland are mainly diagnosed in patient with deficiencies of which mineral ਕਿਹੜੇ ਮਿਨਰਲ ਦੀ ਕਮੀ ਦੇ ਨਾਲ ਗੋਇਟਰ ਜਾਂ ਫਿਰ ਜਿਹੜਾ ਥਾਇਰਾਇਡ ਗਲੈਂਡ ਆਪਣਾ ਫੁੱਲ ਜਾਂਦਾ ਬਾਹਰ ਨੂੰ ਨੈਕ ਦੇ ਕੋਲੋਂ ਨਿਕਲ ਕੇ ਆਉਂਦਾ। ਸੋ ਉਹ ਜਿਹੜੀਆਂ ਪ੍ਰੋਬਲਮਸ ਨੇ ਬਿਮਾਰੀਆਂ ਨੇ ਇਹ ਕਿਸ ਚੀਜ਼ ਦੀ ਕਮੀ ਨਾਲ ਹੁੰਦੀਆਂ ਨੇ। ਸੋ ਇਹ ਹੁੰਦੀਆਂ ਨੇ ਆਇਓਡੀਨ ਦੀ ਕਮੀ ਦੇ ਨਾਲ। ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। 7th is cystic fibrosis and hemophilia are examples of ਸੋ ਇਹ ਕਿਹੜੀ ਕੈਟੇਗਰੀ ਦੀਆਂ ਡਿਸੀਜ਼ਸ ਨੇ। ਸੋ ਇਹ ਨੇ ਹੈਰੀਡਿਟਰੀ ਡਿਸੀਜ਼ਸ। ਹੈਰੀਡਿਟਰੀ ਦਾ ਮਤਲਬ ਹੁੰਦਾ ਹੈ ਜਿਹੜੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਟ੍ਰਾਂਸਫਰ ਹੋ ਸਕਣ। ਸੋ 8th ਹੈ which of the following disease is caused by various pathogenic microorganism ਸੋ ਜਿਹੜੇ ਛੋਟੇ ਛੋਟੇ ਆਪਣੇ ਮਾਈਕਰੋ ਆਰਗੇਨਿਜ਼ਮ ਜਿਵੇਂ ਕੀਟਾਣੂ ਹੁੰਦੇ ਨੇ ਬੈਕਟੀਰੀਆ ਵਗੈਰਾ ਹੁੰਦਾ ਉਵੇਂ ਦੇ ਇੱਕ ਮਾਈਕਰੋ ਆਰਗੇਨਿਜ਼ਮ ਹੁੰਦੇ ਨੇ ਬਹੁਤ ਜ਼ਿਆਦਾ ਛੋਟੇ। ਸੋ ਇਹਨਾਂ ਦੀ ਜਿਹੜੀ ਗੰਦਗੀ ਹੈ ਉਹਦੇ ਕਰਕੇ ਜਿਵੇਂ ਇਹਨਾਂ ਦੀ ਇਨਫੈਕਸ਼ਨ ਕਰਕੇ ਜਿਹੜੀਆਂ ਡਿਸੀਜ਼ ਹੁੰਦੀਆਂ ਨੇ ਉਹਨੂੰ ਆਪਾਂ ਨਾਮ ਦਿੰਦੇ ਆ ਇਨਫੈਕਸ਼ੀਅਸ ਡਿਸੀਜ਼ ਦਾ ਕਿਉਂਕਿ ਆਲਰੇਡੀ ਆਪਾਂ ਨੂੰ ਪਤਾ ਹੈ ਕਿ ਮਾਈਕਰੋ ਆਰਗੇਨਿਜ਼ਮ ਜਿਹੜੇ ਪੈਥੋਜੈਨਿਕ ਕੈਟੇਗਰੀ ਦੇ ਹੁੰਦੇ ਨੇ ਜਿਵੇਂ ਕਿਸੇ ਨੂੰ ਫੰਗਸ ਵਗੈਰਾ ਹੋ ਜਾਂਦੀ ਹੈ। ਸੋ ਇਦਾਂ ਦੀਆਂ ਜਿਹੜੀ ਡਿਸੀਜ਼ਸ ਨੇ ਇਨਫੈਕਸ਼ੀਅਸ ਇਹ ਹੁੰਦੀਆਂ ਨੇ ਇਨਫੈਕਸ਼ੀਅਸ ਡਿਸੀਜ਼ਸ ਹੀ ਇਹਨਾਂ ਦਾ ਨਾਮ ਹੈ।
Next है ninth, which of the following disease is caused by protein deficiency? ਕਹਿੰਦੇ ਪ੍ਰੋਟੀਨ ਦੀ ਕਮੀ ਦੇ ਨਾਲ ਕਿਹੜੀ ਇਹਨਾਂ ਚੋਂ ਬਿਮਾਰੀ ਹੁੰਦੀ ਹੈ? ਸੋ ਉਹ ਹੁੰਦੀ ਹੈ ਕੁਆਸ਼ੀਕਰ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। Then 10th is, which of the following vitamin is also known as ascorbic acid? Another important question. So vitamin C ਨੂੰ ਆਪਾਂ ascorbic acid ਵੀ ਕਹਿੰਦੇ ਆ। ਬਹੁਤ ਇੰਪੋਰਟੈਂਟ ਕੁਐਸਚਨ ਹੈ। 11ਵਾਂ ਕੁਐਸਚਨ ਹੈ, the deficiency disease can be prevented by? ਕਹਿੰਦੇ ਜਿਹੜੀਆਂ ਇਹ ਆਪਾਂ ਗੱਲ ਕਰੀ ਜਾ ਰਹੇ ਹਾਂ ਵੀ ਵਿਟਾਮਿਨ ਦੀ ਕਮੀ ਦੇ ਨਾਲ ਇਹ ਬਿਮਾਰੀ ਹੁੰਦੀ ਹੈ, ਸੋ ਇਹਨਾਂ ਨੂੰ ਕਹਿੰਦੇ ਆਪਾਂ ਕਿਵੇਂ ਰੋਕ ਸਕਦੇ ਹਾਂ? ਕਿਸੇ ਚੀਜ਼ ਦੀ ਕਮੀ ਨੂੰ, ਡੈਫੀਸ਼ੀਐਂਸੀ ਨੂੰ, ਘਾਟ ਨੂੰ ਕਿਵੇਂ ਪ੍ਰੀਵੈਂਟ ਕੀਤਾ ਜਾ ਸਕਦਾ ਹੈ, ਉਹ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ। ਕਹਿੰਦੇ ਗੁੱਡ ਨਿਊਟ੍ਰੀਸ਼ਨਲ ਵੈਲਿਊ ਵਾਲਾ ਜੇ ਤੁਸੀਂ ਖਾਣਾ ਖਾ ਰਹੇ ਹੋ ਜਿਹਦੇ ਵਿੱਚ ਸਾਰੇ ਵਿਟਾਮਿਨ ਮਿਨਰਲ ਨੇ, ਉਹਨਾਂ ਦੀ ਕੁਆਂਟੀਟੀ ਸਹੀ ਹੈ, ਕਾਰਬੋਹਾਈਡਰੇਟ, ਪ੍ਰੋਟੀਨਸ, ਫੈਟ, ਹਰ ਚੀਜ਼ ਦੀ ਜਿਹੜੀ ਕੁਆਂਟੀਟੀ ਹੈ ਉਹ ਸਹੀ ਹੈ, ਜੇ ਤੁਸੀਂ ਬੈਲੈਂਸਡ ਡਾਈਟ ਲੈ ਕੇ ਚੱਲ ਰਹੇ ਹੋ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਡੈਫੀਸ਼ੀਐਂਸੀ ਡਿਸੀਜ਼ ਤੋਂ ਬਚ ਸਕਦੇ ਹੋ। ਸੋ ਨੈਕਸਟ ਹੈ 12th, ਏਡਸ, ਕਾਮਨ ਕੋਲਡ, ਡੇਂਗੂ, ਇਨਫਲੂਐਂਜ਼ਾ, ਇਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੇ? ਸੋ ਇਹ ਨੇ ਇਨਫੈਕਸ਼ੀਅਸ ਡਿਸੀਜ਼ਜ਼, ਕਿਉਂਕਿ ਇਨਫੈਕਸ਼ੀਅਸ ਡਿਸੀਜ਼ ਆਪਾਂ ਨੇ ਕੀ ਪੜ੍ਹਿਆ ਪਿੱਛੇ? ਮਾਈਕਰੋ ਆਰਗੇਨਿਜ਼ਮ ਤੋਂ ਹੁੰਦੀਆਂ ਨੇ। ਸੋ ਮਾਈਕਰੋ ਆਰਗੇਨਿਜ਼ਮ ਦੇ ਅੰਦਰ ਕੀ ਆਉਂਦਾ? ਪੈਥੋਜੈਨਿਕ। ਸੋ ਪੈਥੋਜੈਨਿਕ ਦੇ ਅੰਦਰ ਮਾਈਕਰੋ ਆਰਗੇਨਿਜ਼ਮ ਆ ਗਏ, ਵਾਇਰਸ ਆ ਗਿਆ, ਬੈਕਟੀਰੀਆ ਆ ਗਿਆ। ਸੋ ਇਹ ਜਿੰਨੀਆਂ ਵੀ ਬਿਮਾਰੀਆਂ ਨੇ ਇਹ ਸਾਰੀ ਦੀਆਂ ਸਾਰੀਆਂ ਵਾਇਰਸ ਤੋਂ, ਬੈਕਟੀਰੀਆ ਤੋਂ ਹੁੰਦੀਆਂ ਨੇ, ਇਸੇ ਲਈ ਇਹਨਾਂ ਦਾ ਨਾਮ ਹੈ ਇਨਫੈਕਸ਼ੀਅਸ ਡਿਸੀਜ਼। 13ਵਾਂ ਕੁਐਸਚਨ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਵਿਟਾਮਿਨ ਹੈ ਜਿਹੜਾ ਖੂਨ ਨੂੰ ਜੋੜ ਕੇ ਰੱਖਦਾ, ਬਲੱਡ ਕਲੌਟਿੰਗ ਦੇ ਵਿੱਚ ਹੈਲਪ ਕਰਦਾ ਕਿ ਜ਼ਿਆਦਾ ਬਲੀਡਿੰਗ ਨਾ ਹੋਵੇ? ਹੁਣੀ ਮੈਂ ਤੁਹਾਨੂੰ ਪਿੱਛੇ ਕੁਐਸਚਨ ਕੀ ਪੜ੍ਹਾ ਕੇ ਹਟੀਆਂ ਵੀ ਕਿਹੜੇ ਵਿਟਾਮਿਨ ਦੀ ਕਮੀ ਦੇ ਨਾਲ ਬਲੀਡਿੰਗ ਜ਼ਿਆਦਾ ਹੁੰਦੀ ਹੈ। ਸੋ ਉਰੇ ਆ ਗਿਆ ਕਿ ਕਿਹੜੇ ਵਿਟਾਮਿਨ ਦੇ ਨਾਲ ਬਲੀਡਿੰਗ ਘੱਟ ਹੁੰਦੀ ਹੈ। ਸੋ ਸੇਮ ਹੈ ਆਪਣਾ ਵਿਟਾਮਿਨ ਕੇ। ਸੋ ਉਸਦੀ ਡੈਫੀਸ਼ੀਐਂਸੀ ਦਾ ਕੁਐਸਚਨ ਇਹ ਹੈ ਕਿ ਕਿਹੜਾ ਵਿਟਾਮਿਨ ਹੋਣਾ ਚਾਹੀਦਾ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਬਲੱਡ ਕਲੌਟਿੰਗ, ਬਲੀਡਿੰਗ ਦੀ ਜਿੱਥੇ ਗੱਲ ਆ ਰਹੀ ਹੈ ਉੱਥੇ ਆਨਸਰ ਹੈ ਵਿਟਾਮਿਨ ਕੇ। Then 14th question is, which of the following vitamin function as both hormone and visual pigment? ਸੋ ਇਹਨਾਂ ਵਿੱਚੋਂ ਕਿਹੜਾ ਇਹੋ ਜਿਹਾ ਵਿਟਾਮਿਨ ਹੈ ਜਿਹੜਾ ਇੱਕ ਹਾਰਮੋਨ ਦੇ ਤੌਰ ਤੇ ਵੀ ਕੰਮ ਕਰਦਾ ਹੈ, ਨਾਲ ਇੱਕ ਵਿਜ਼ੂਅਲ ਪਿਗਮੈਂਟ ਵੀ ਹੈ? ਸੋ ਉਹ ਹੈ ਰਿਟਾਈਨਲ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। 15th is, which of the following vitamin is also known as niacin and plays a vital role in many digestive tract function? ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਵਿਟਾਮਿਨ ਹੈ ਜਿਹੜਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਕਿ ਜਿਹੜੀ ਆਪਣੀ ਡਾਈਜੈਸ਼ਨ ਹੁੰਦੀ ਹੈ, ਆਪਣੀ ਪਾਚਨ ਸ਼ਕਤੀ ਹੈ, ਉਹਦੀ ਪੂਰੀ ਕਿਰਿਆ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕੇ? ਸੋ ਉਹ ਹੁੰਦੀ ਹੈ ਵਿਟਾਮਿਨ B3 ਦੇ ਨਾਲ। ਨੈਕਸਟ ਇੰਪੋਰਟੈਂਟ ਕੁਐਸਚਨ ਕਿ ਵਿਟਾਮਿਨ ਈ ਦੀ ਕਮੀ ਦੇ ਨਾਲ ਕੀ ਹੁੰਦਾ ਹੈ? ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਿਆ। ਸੋ ਇਹ ਹੈ ਵੀਕਨੈਸ ਇਨ ਮਸਲਸ, ਆਪਣੀਆਂ ਮਸਲਸ ਦੇ ਵਿੱਚ ਕਮਜ਼ੋਰੀ ਫੀਲ ਹੁੰਦੀ ਹੈ ਜੇ ਆਪਣੇ ਅੰਦਰ ਵਿਟਾਮਿਨ ਈ ਦੀ ਕਮੀ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਨੈਕਸਟ ਹੈ 7th, ਜ਼ੀਰੋਪਥੈਲਮੀਆ ਕਾਜ਼ ਡਿਊ ਟੂ ਡੈਫੀਸ਼ੀਐਂਸੀ ਆਫ? ਸੋ ਇਹ ਬਿਮਾਰੀ ਕਿਹੜੀ ਚੀਜ਼ ਦੀ, ਕਿਹੜੇ ਵਿਟਾਮਿਨ ਦੀ ਘਾਟ ਦੇ ਨਾਲ ਹੁੰਦੀ ਹੈ? ਇਹ ਹੁੰਦੀ ਹੈ ਵਿਟਾਮਿਨ ਏ ਦੇ ਨਾਲ। ਨੈਕਸਟ 18th is, which of the following is not an infectious disease? ਸੋ ਇਹਨਾਂ ਦੇ ਵਿੱਚੋਂ ਕਿਹੜੀ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿਸੇ ਇਨਫੈਕਸ਼ੀਅਸ ਡਿਸੀਜ਼ ਦੇ ਨਾਲ ਨਹੀਂ ਹੁੰਦੀ, ਮਤਲਬ ਕਿਸੇ ਪੈਥੋਜਨ ਦੇ ਨਾਲ ਨਹੀਂ ਹੋ ਰਹੀ? ਉਰੇ ਕੋਈ ਵਾਇਰਸ, ਬੈਕਟੀਰੀਆ, ਮਾਈਕਰੋ ਆਰਗੇਨਿਜ਼ਮ ਕੋਈ ਵੀ ਨਹੀਂ ਹੈ। ਸੋ ਇਹ ਹੈ ਸਕਰਵੀ ਦੀ ਬਿਮਾਰੀ। ਸੋ ਆਪਾਂ ਨੇ ਯਾਦ ਰੱਖਣਾ ਹੈ। Next ਹੈ 19th, which of the following is the main cause of blindness in children worldwide? ਕਹਿੰਦੇ ਪੂਰੀ ਦੁਨੀਆ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜੀ ਨਿਗਾਹ ਦੀ ਪ੍ਰੋਬਲਮ ਆਉਂਦੀ ਹੈ, ਆਈਸਾਈਟ ਦੀ, ਬਲਾਈਂਡਨੈਸ ਦੀ, ਈਵਨ ਉਹਨਾਂ ਦੀ ਬਿਲਕੁਲ ਨਜ਼ਰ ਚਲੀ ਜਾਂਦੀ ਹੈ। ਸੋ ਇਹ ਜਿਹੜੀ ਪ੍ਰੋਬਲਮ ਹੈ ਇਹ ਮੇਨਲੀ ਵਿਟਾਮਿਨ ਏ ਦੀ ਕਮੀ ਦੇ ਨਾਲ ਹੁੰਦੀ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ ਵੀ ਜਿੱਥੇ ਵੀ ਵਿਟਾਮਿਨ ਏ ਦੀ ਗੱਲ ਹੋਗੀ ਉਹਦਾ ਕਿਤੇ ਨਾ ਕਿਤੇ ਜਿਹੜਾ ਲਿੰਕ ਹੈ ਉਹ ਬਲਾਈਂਡਨੈਸ ਦੇ ਨਾਲ ਹੈ, ਅੱਖਾਂ ਦੇ ਨਾਲ ਹੈ। ਨੈਕਸਟ ਹੈ ਅਮੋਕਸਿਲਿਨ, ਡੌਕਸੀਕਲਾਈਨ, ਅਜ਼ਿਥਰੋਮਾਈਸਿਨ ਐਂਡ ਪੈਨਸਿਲਿਨ। ਇਹ ਕਿਸ ਚੀਜ਼ ਦੀਆਂ ਐਗਜ਼ਾਮਪਲ ਨੇ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਪਾਂ ਨੇ ਇਹ ਜਿਵੇਂ ਗਲਾ ਵਗੈਰਾ ਕਿਸ ਦਾ ਖਰਾਬ ਹੋਵੇ ਜਾਂ ਕੋਈ ਵੀ ਆਪਾਂ ਨੂੰ ਜਦੋਂ ਵੀ ਨਾਰਮਲ ਕੋਈ ਪ੍ਰੋਬਲਮ ਆਉਂਦੀ ਹੈ ਹੈਲਥ ਨੂੰ ਤਾਂ ਆਪਾਂ ਇਹ ਬਿਮਾਰੀਆਂ ਦਾ, ਸਾਲਟ ਦਾ ਨਾਮ ਬਾਰ-ਬਾਰ ਸੁਣਦੇ ਆ। ਸੋ ਇਹ ਨੇ ਐਂਟੀਬਾਇਓਟਿਕਸ।
21st is ਕਹਿੰਦੇ ਬਾਇਓਲੋਜੀ ਪੜ੍ਹਾਈ ਦੀ ਕਿਹੜੀ ਇਹ ਜੀ ਫਰਦਰ ਸਟੱਡੀ ਹੈ ਜਿਹਦੇ ਵਿੱਚ ਆਪਾਂ ਇਮਿਊਨਿਟੀ ਬਾਰੇ ਇਮਿਊਨ ਸਿਸਟਮ ਬਾਰੇ ਪੜ੍ਹਦੇ ਹਾਂ। ਇਮਿਊਨ ਸਿਸਟਮ ਹੁੰਦਾ ਕਿਸੇ ਵੀ ਤਰ੍ਹਾਂ ਦੇ ਬਾਹਰਲੀ ਪੈਥੋਜਨ ਤੋਂ ਵਾਇਰਸ ਤੋਂ ਬੈਕਟੀਰੀਆ ਜੋ ਵੀ ਨੇ ਬਾਹਰਲੀ ਕੋਈ ਵੀ ਇਨਫੈਕਸ਼ੀਅਸ ਚੀਜ਼ ਹੈ ਉਹਦੇ ਤੋਂ ਲੜਨ ਦੀ क्षमता ਆਪਣੀ ਬਾਡੀ ਦੀ। ਹੁਣ ਜਿਵੇਂ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਸੀ, ਕਰੋਨਾ ਵਾਇਰਸ ਕੀ ਹੈ? ਇੱਕ ਵਾਇਰਲ ਡਿਸੀਜ਼ ਹੈ, ਇੱਕ ਵਾਇਰਸ ਤੋਂ ਆਈ ਹੈ। ਸੋ ਕਹਿੰਦੇ ਆਪਾਂ ਬਾਰ-ਬਾਰ ਇਹ ਸੁਣਦੇ ਆ ਰਹੇ ਕਿ ਆਪਣੀ ਇਮਿਊਨਿਟੀ ਸਟਰੋਂਗ ਰੱਖੋ, ਇਮਿਊਨਿਟੀ ਸਟਰੋਂਗ ਰੱਖੋ। ਸੋ ਇਮਿਊਨਿਟੀ ਬਾਰੇ ਆਪਾਂ ਕਿੱਥੇ ਪੜ੍ਹਦੇ ਆ? ਇਹਦੀ ਸਟੱਡੀ ਨੂੰ ਕਿਹਾ ਜਾਂਦਾ ਹੈ ਇਮਿਊਨੋਲੋਜੀ। ਸੋ ਮੈਂ ਇਮਿਊਨਿਟੀ ਦੇ ਰਿਲੇਟਡ ਇਸੇ ਲਈ ਸਪੈਸੀਫਿਕ ਕੁਐਸਚਨ ਦਿੱਤੇ ਨੇ ਕਿਉਂਕਿ ਜਿਸ ਟਾਈਮ ਦਾ ਆਪਣਾ ਇਹ ਜੋ ਮਾਹੌਲ ਚੱਲ ਰਿਹਾ ਕੋਵਿਡ-19 ਪੈਂਡੈਮਿਕ ਦਾ, ਸੋ ਇਸ ਟਾਈਮ ਇਮਿਊਨਿਟੀ ਚੋਂ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਹੈ। ਨੈਕਸਟ ਹੈ ਕਿਹੜੀ ਇਹ ਜੀ ਇਮਿਊਨਿਟੀ ਹੈ ਜਿਹੜੀ ਆਪਾਂ ਖੁਦ ਹਾਸਿਲ ਕਰਦੇ ਹਾਂ। ਸੋ ਇਹਦੇ ਨਾਮ ਤੋਂ ਹੀ ਆਪਾਂ ਨੂੰ ਆਪਸ਼ਨ ਕਲੀਅਰ ਹੋ ਜਾਂਦੀ ਹੈ ਐਕਵਾਇਰਡ ਇਮਿਊਨਿਟੀ। ਨੈਕਸਟ ਹੈ ਕਹਿੰਦੇ ਆਪਣੇ ਬਾਡੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਐਂਟੀਬਾਡੀਜ਼ ਹੁੰਦੇ ਨੇ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਇਹ 100% ਯਾਦ ਹੋਣਾ ਚਾਹੀਦਾ ਹੈ। ਸੋ ਆਪਣੀ ਬਾਡੀ 'ਚ 5 ਤਰ੍ਹਾਂ ਦੇ ਐਂਟੀਬਾਡੀਜ਼ ਨੇ। ਸੋ ਉਸ ਤੋਂ ਬਾਅਦ ਹੈ ਵਿਚ ਆਫ ਦ ਫੋਲੋਇੰਗ ਸੈੱਲ ਇਜ਼ ਇਨਵੋਲਵਡ ਇਨ ਸੈਲ ਮੀਡੀਏਟਿਡ ਇਮਿਊਨਿਟੀ। ਇਹਨਾਂ ਦੇ ਵਿੱਚੋਂ ਜਿਹੜੇ ਸੈਲਸ ਦੇ ਥਰੂ ਇਮਿਊਨਿਟੀ ਹਾਸਿਲ ਹੁੰਦੀ ਹੈ ਉਹ ਕਿਹੜੇ ਸੈੱਲ ਚੋਂ ਹੁੰਦੀ ਹੈ? ਸੋ ਉਹ ਹੁੰਦੀ ਹੈ ਟੀ ਸੈੱਲ ਚੋਂ। ਨੈਕਸਟ ਹੈ 25ਵਾਂ ਕੁਐਸਚਨ, ਵਿਚ ਆਫ ਦ ਫੋਲੋਇੰਗ ਪ੍ਰੋਟੈਕਟ ਆਵਰ ਬਾਡੀ ਅਗੇਂਸਟ ਡਿਸੀਜ਼ ਕਾਜ਼ਿੰਗ ਪੈਥੋਜਨ। ਆਪਣੀ ਬਾਡੀ ਨੂੰ ਬਾਹਰ ਦੇ ਪੈਥੋਜਨ, ਮੈਂ ਤੁਹਾਨੂੰ ਸਮਝਾਇਆ ਵੀ ਕੋਈ ਵਾਇਰਸ ਹੈ, ਬੈਕਟੀਰੀਆ ਹੈ, ਮਾਈਕਰੋ ਆਰਗੇਨਿਜ਼ਮ ਹੈ, ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਉਹਦੇ ਤੋਂ ਆਪਣੀ ਬਾਡੀ ਨੂੰ ਕਿਹੜਾ ਸਿਸਟਮ ਬਚਾਉਂਦਾ? ਸੋ ਆਪਣੀ ਬਾਡੀ ਨੂੰ ਬਚਾਉਂਦਾ ਆਪਣਾ ਇਮਿਊਨ ਸਿਸਟਮ। ਨੈਕਸਟ ਹੈ 26ਵਾਂ ਕੁਐਸਚਨ, ਹੈਪੇਟਾਈਟਸ ਇਜ਼ ਐਨ ਐਗਜ਼ਾਮਪਲ ਆਫ। ਹੈਪੇਟਾਈਟਸ ਕਿਸ ਚੀਜ਼ ਦੀ ਐਗਜ਼ਾਮਪਲ ਹੈ? ਸੋ ਇਹ ਹੈ ਇੱਕ ਰੀਕੰਬੀਨੈਂਟ ਵੈਕਸੀਨ। ਨੈਕਸਟ ਹੈ ਕਹਿੰਦੇ ਜਦੋਂ ਇੱਕ ਔਰਤ ਆਪਣੀ ਪ੍ਰੈਗਨੈਂਸੀ ਦੀ ਸਟਾਰਟਿੰਗ ਵਾਲੀ ਸਟੇਜ 'ਚ ਹੁੰਦੀ ਹੈ, ਇਨੀਸ਼ੀਅਲ ਮੰਥ ਵਿੱਚ ਹੁੰਦੀ ਹੈ, ਤਾਂ ਉਹਨੂੰ ਕਿਹੜੀ ਚੀਜ਼ ਦਿੱਤੀ ਜਾਂਦੀ ਹੈ, ਕਿਹੜਾ ਨਿਊਟ੍ਰੀਐਂਟ ਦਿੱਤਾ ਜਾਂਦਾ ਹੈ ਜਿਹਦੀ ਮਦਦ ਦੇ ਨਾਲ ਕੋਈ ਵੀ ਬੱਚੇ 'ਚ ਆਉਣ ਵਾਲੀ ਡਿਫੈਕਸ਼ਨ ਤੋਂ, ਕੰਪਲਿਕੇਸ਼ਨ ਤੋਂ ਉਹ ਬਚ ਸਕਦੀ ਹੈ। ਸੋ ਇਹ ਹੈ ਫੋਲਿਕ ਐਸਿਡ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਦੈਨ ਨੈਕਸਟ ਕੁਐਸਚਨ 28th is which of the following food source has the highest level of vitamin C। ਇਹ ਕੁਐਸਚਨ UPSC ਹੋ ਗਿਆ, ਸਟੇਟ ਲੈਵਲ ਐਗਜ਼ਾਮ ਹੋ ਗਏ, ਬਹੁਤ ਵਾਰੀ ਰਿਪੀਟ ਹੁੰਦਾ ਹੈ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਆਪਣੇ ਲਈ ਕਿ ਕਿਹੜੀ ਇਹ ਜੀ ਚੀਜ਼ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ C ਪਾਇਆ ਜਾਂਦਾ ਹੈ। ਸੋ ਉਹ ਪਾਇਆ ਜਾਂਦਾ ਹੈ ਬਲੈਕ ਕਿਊਰੈਂਟਸ ਦੇ ਵਿੱਚ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਆਪਸ਼ਨ C is the right answer here। Next is, so ਇਹ next question repeat ਹੋ ਗਿਆ but we can answer it again ਕਿਉਂਕਿ ਬਹੁਤ important question ਹੈ ਕਿ blindness ਅੱਖਾਂ ਦੀ ਜਿਹੜੀ ਪ੍ਰੋਬਲਮ ਹੈ, ਨਿਗਾਹ ਚਲੇ ਜਾਂਦੀ ਹੈ, ਉਹਦਾ ਮੇਨ ਕਾਰਨ ਕੀ ਹੈ? ਸੋ ਉਹਦਾ ਮੇਨ ਕਾਰਨ ਹੈ ਵਿਟਾਮਿਨ A ਦੀ ਡੈਫੀਸ਼ੀਐਂਸੀ। ਸੋ 30th question is which of the following vitamin deficiency causes beriberi। ਸੋ beriberi ਨਾਮ ਦੀ ਜਿਹੜੀ ਡਿਸੀਜ਼ ਹੈ ਉਹ ਕਿਹੜੇ ਵਿਟਾਮਿਨ ਦੀ ਕਮੀ ਦੇ ਨਾਲ ਹੁੰਦੀ ਹੈ? ਸੋ ਉਹ ਹੁੰਦੀ ਹੈ ਵਿਟਾਮਿਨ B1। ਸੋ ਤੁਸੀਂ ਇਹ ਡਿਫਰੈਂਸ ਜ਼ਰੂਰ ਯਾਦ ਰੱਖਣੇ ਨੇ B2, B6, B1 ਦੇ। The small intestine has 3 parts। ਸੋ ਕਹਿੰਦੇ small intestine ਇਹਦੇ 3 ਪਾਰਟ ਹੁੰਦੇ ਨੇ ਤੇ ਇਹਦਾ ਪਹਿਲਾ ਪਾਰਟ ਕਿਹੜਾ ਹੈ? ਸੋ ਇਹਦਾ ਪਹਿਲਾ ਪਾਰਟ ਹੈ duodenum। 32nd question ਹੈ ਕਿ ਇਹਨਾਂ ਦੇ ਵਿੱਚੋਂ ਕਿਹਦਾ characteristic feature ਹੈ epithelial cells। ਸੋ dash is a characteristic feature of epithelial cell of the intestine। ਸੋ ਇਹ ਹੈ ਮਾਈਕਰੋਵਿਲਾਈ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰੀ ਬਾਇਓ ਸਬਜੈਕਟ ਦੇ ਅੰਦਰ ਆਇਆ ਹੈ। ਨੈਕਸਟ ਹੈ 33 dash stimulates the production of gastric juice in the stomach। ਸੋ ਆਪਣੇ ਸਟਮਕ ਦੇ ਵਿੱਚ ਕਿਹੜੀ ਚੀਜ਼ ਹੈ ਜਿਹਦੇ ਨਾਲ ਗੈਸਟ੍ਰਿਕ ਜੂਸ ਬਣਦਾ ਹੈ? ਸੋ ਉਹ ਬਣਦਾ ਹੈ ਗੈਸਟ੍ਰਿਨ ਦੇ ਨਾਲ। ਨੈਕਸਟ ਕੁਐਸਚਨ ਹੈ what is the enzyme that breaks down lactose। ਲੈਕਟੋਜ਼ ਨੂੰ ਕਿਹੜਾ ਐਂਜ਼ਾਈਮ ਨਿਗੇਟ ਕਰਦਾ, ਬ੍ਰੇਕ ਡਾਊਨ ਕਰਦਾ, ਤੋੜਦਾ ਹੈ? ਸੋ ਉਹ ਹੈ ਲੈਕਟੇਸ, ਆਪਸ਼ਨ D 4। ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਹੈ। The total number of essential vitamin required for proper functioning of human body। ਕਹਿੰਦੇ ਇੱਕ ਇਨਸਾਨ ਦੀ ਜਿਹੜੀ ਬਾਡੀ ਹੈ ਉਹਨੂੰ ਸਹੀ ਤਰ੍ਹਾਂ ਚੱਲਣ ਦੇ ਲਈ, ਫੰਕਸ਼ਨ ਕਰਨ ਦੇ ਲਈ ਕਿੰਨੇ ਮੇਨ ਵਿਟਾਮਿਨਸ ਚਾਹੀਦੇ ਨੇ? ਵਿਟਾਮਿਨਸ ਤਾਂ ਬਹੁਤ ਜ਼ਿਆਦਾ ਨੇ ਬਟ ਮੇਨ ਕਿੰਨੇ ਚਾਹੀਦੇ ਨੇ? ਸੋ ਇਹ ਮੇਨ ਨੇ ਟੋਟਲ 13। ਸੋ ਤੁਸੀਂ ਇਹ ਯਾਦ ਰੱਖਣਾ ਹੈ।
ਨੈਕਸਟ ਹੈ which of the following vitamin cannot be produced by our body। ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਵਿਟਾਮਿਨ ਹੈ ਜਿਹੜੀ ਆਪਣੀ ਬਾਡੀ ਪ੍ਰੋਡਿਊਸ ਨਹੀਂ ਕਰ ਸਕਦੀ। ਸੋ ਇਹਦਾ ਆਨਸਰ ਹੈ all the above, ਕਿਉਂਕਿ ਆਪਾਂ ਇਹਨਾਂ ਬਾਰੇ ਆਲਰੇਡੀ ਪੜ੍ਹ ਚੁੱਕੇ ਆ ਕਿ ਕਿਸੇ ਨਾ ਕਿਸੇ ਚੀਜ਼ ਦੀ ਕਮੀ ਨਾਲ ਹੁੰਦੇ ਨੇ। ਜਿਹੜੀ ਇਹ ਕਮੀ ਹੈ ਇਹ ਆਪਾਂ ਆਪਣੀ ਸਹੀ ਡਾਈਟ ਦੇ ਨਾਲ ਹੀ ਪੂਰੀ ਕਰ ਸਕਦੇ ਹਾਂ। Which of the following mineral control growth and body weight? अपने body ਦੇ human body ਦੀ growth ਨੂੰ, ਉਹਦੇ ਵਧਣ ਨੂੰ, ਭਾਰ ਨੂੰ, ਇਹ ਚੀਜ਼ਾਂ ਨੂੰ ਕਿਹੜਾ mineral control ਕਰਦਾ ਹੈ? ਸੋ ਇਹ ਹੈ iodine। ਨੈਕਸਟ ਜਿਹੜਾ ਕੁਐਸਚਨ ਹੈ ਇਹ ਰੀਸੈਂਟ 3-4 ਪੇਪਰ ਚ ਆ ਚੁੱਕਿਆ, ਸੋ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਕਿਹੜਾ ਵਿਟਾਮਿਨ ਹੈ ਜਿਹੜਾ ਵਾਟਰ ਸੋਲਿਊਬਲ ਹੈ? ਸੋ ਇਹ ਹੈ ਵਿਟਾਮਿਨ ਸੀ। ਨੈਕਸਟ 39 dash helps in the regulation of blood volume and blood pressure। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹਦੇ ਨਾਲ ਬਾਡੀ ਦੇ ਵਿੱਚ ਜਿਹੜਾ ਖੂਨ ਦਾ ਦਰ ਹੈ ਇੱਕ ਵੋਲਿਊਮ ਹੈ ਤੇ ਨਾਲ ਜਿਹੜਾ ਬੀਪੀ ਹੁੰਦਾ ਆਪਣਾ ਬਲੱਡ ਪ੍ਰੈਸ਼ਰ ਹੈ ਉਹਨਾਂ ਦੋਨਾਂ ਚੀਜ਼ਾਂ ਨੂੰ ਕੰਟਰੋਲ 'ਚ ਰੱਖਦਾ ਹੈ। ਸੋ ਇਹ ਹੈ ਸੋਡੀਅਮ। ਨੈਕਸਟ 40th ਕੁਐਸਚਨ ਹੈ which of the following are example of macro mineral। ਸੋ ਮੈਕਰੋ ਦਾ ਮਤਲਬ ਹੈ ਕਿ ਜ਼ਿਆਦਾ ਵੱਡੀ ਕੁਆਂਟੀਟੀ ਵਾਲੇ ਮਿਨਰਲਸ ਕਿਹੜੇ ਨੇ? ਸੋ ਇਹ ਨੇ all the above। ਸੋ ਆਪਸ਼ਨ D is the right answer here। ਸੋਡੀਅਮ, ਕੈਲਸ਼ੀਅਮ, ਕਲੋਰਾਈਡ ਤਿੰਨੋਂ ਮੈਕਰੋ ਮਿਨਰਲ ਦੀ ਕੈਟੇਗਰੀ ਵਿੱਚ ਆਉਂਦੇ ਨੇ। So 41st is which of the following vitamin are called fat soluble vitamin। So ਹੁਣੀ ਆਪਾਂ ਪਿੱਛੇ ਪੜ੍ਹ ਕੇ ਹਟਿਆ, ਤੁਸੀਂ ਉਸ ਚੀਜ਼ ਨੂੰ ਰੀਕਾਲ ਕਰ ਲਓ ਕਿ ਵਾਟਰ ਸੋਲਿਊਬਲ ਵਿਟਾਮਿਨ ਹੈ C ਤੇ ਫੈਟ ਸੋਲਿਊਬਲ ਵਿਟਾਮਿਨ ਹੈ E। ਸੋ ਇਹ ਤੁਸੀਂ ਇੰਪੋਰਟੈਂਟ ਯਾਦ ਰੱਖਣਾ। ਨੈਕਸਟ ਹੈ ਅਨੀਅਨ, ਬ੍ਰੋਕਲੀ, ਫਰੈਸ਼ ਫਰੂਟ, ਮਿਲਕ, ਐਗ, ਆਇਓਡਾਈਜ਼ਡ ਸਾਲਟ। ਇਹ ਕਿਸ ਚੀਜ਼ ਦੇ ਸੋਰਸਿਸ ਨੇ? ਇਹ ਸਾਰੀਆਂ ਚੀਜ਼ਾਂ। ਸੋ ਇਹ ਨੇ sodium ਤੇ iodine ਦੇ sources। So option B and C both are correct। 43 is which part of the respiratory system gaseous exchange takes place। So ਜਿੰਨੀਆਂ ਵੀ gases ਨੇ, ਆਕਸੀਜਨ ਹੈ, ਕਾਰਬਨ ਡਾਈਆਕਸਾਈਡ, ਇਹਨਾਂ ਦਾ ਜਿਹੜਾ exchange ਹੈ ਇਹ ਆਪਣੇ respiratory system ਦੇ ਕਿਹੜੇ part ਦੇ ਵਿੱਚ ਹੁੰਦਾ ਹੈ? ਸੋ ਇਹ ਹੁੰਦਾ ਹੈ alveoli ਦੇ ਵਿੱਚ। ਬਹੁਤ important question ਹੈ। Next is 44th which of the following statement is true about involuntary breathing। involuntary breathing ਜਿਹਦੇ ਉੱਤੇ ਆਪਣਾ ਕੰਟਰੋਲ ਨਾ ਹੋਵੇ। ਸੋ ਇਹਨਾਂ ਦੇ ਵਿੱਚੋਂ ਕਿਹੜੀ statement true ਹੈ? So the right statement here is option D। It is controlled by neuron located in medulla and pons। ਸੋ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਆਪਾਂ ਸੈਰ ਕਰਦੇ ਹਾਂ ਜਾਂ ਜ਼ਿਆਦਾ ਰਨਿੰਗ ਕਰਦੇ ਹਾਂ ਉਸ ਤੋਂ ਬਾਅਦ ਆਪਣੀ ਬਰੀਥਿੰਗ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ, ਅਪ ਡਾਊਨ ਹੁੰਦੀ ਹੈ, ਉਹਦੇ ਉੱਤੇ ਆਪਣਾ ਕੰਟਰੋਲ ਨਹੀਂ ਹੁੰਦਾ, ਆਟੋਮੈਟਿਕਲੀ ਆਪ ਨੂੰ ਸਾਹ ਦੇ ਵਿੱਚ ਥੋੜੀ ਦਿੱਕਤ ਆਉਂਦੀ ਹੈ। ਸੋ ਕਹਿੰਦੇ ਜਿਹੜੀ ਇਹ ਚੀਜ਼ ਹੈ ਇਨਵੋਲੰਟਰੀ ਬਰੀਥਿੰਗ ਹੈ, ਇਹ ਦਿਮਾਗ ਆਪਣੇ ਬ੍ਰੇਨ ਦੇ ਵਿੱਚ ਕੁਝ ਨਿਊਰੋਨਸ ਹੁੰਦੇ ਨੇ ਜਿਹੜੇ ਕਿ ਆਪਣੀ ਬਾਡੀ ਤੱਕ ਇਹ ਮੈਸੇਜ ਪਹੁੰਚਾਉਂਦੇ ਨੇ ਕਿ ਤੁਹਾਨੂੰ ਜ਼ਿਆਦਾ ਤੇਜ਼ ਸਾਹ ਲੈਣ ਦੀ ਲੋੜ ਹੈ, ਹੁਣ ਤੁਸੀਂ ਥੱਕੇ ਹੋਏ ਹੋ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨੂੰ ਨਿਊਰੋਨ ਕੰਟਰੋਲ ਕਰਦੇ ਨੇ। ਨੈਕਸਟ ਹੈ 45th which of the following are parts of human respiratory system। So option A trachea, B diaphragm, C lungs, option D all। So ਇਹਦਾ ਸਹੀ ਉੱਤਰ ਹੈ option D। ਇਹ ਤਿੰਨੋਂ ਹੀ human respiratory system ਦਾ part ਨੇ। Next ਹੈ which of the following gas is released out during the process of respiration। So ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਗੈਸ ਹੈ ਜਿਹਨੂੰ ਆਪਾਂ ਰਿਲੀਜ਼ ਕਰਦੇ ਹਾਂ, ਬਾਹਰ ਕੱਢਦੇ ਹਾਂ ਸਾਹ ਲੈਣ ਦੇ ਸਮੇਂ। ਸੋ ਇਹਦਾ ਸਹੀ ਉੱਤਰ ਹੈ ਕਾਰਬਨ ਡਾਈਆਕਸਾਈਡ। ਤੇ ਆਪਾਂ ਇਨਹੇਲ ਅੰਦਰ ਕਿਹੜੀ ਲੈ ਕੇ ਜਾਂਦੇ ਆ? ਆਕਸੀਜਨ। ਬਾਹਰ ਕਿਹੜੀ ਕੱਢਦੇ ਆ? ਕਾਰਬਨ ਡਾਈਆਕਸਾਈਡ। ਨੈਕਸਟ ਹੈ 47 which of the following organ functions as an air conditioner। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਹਵਾ ਨੂੰ ਸਾਫ਼ ਕਰਕੇ ਆਪਣੇ ਅੰਦਰ ਤੱਕ ਪਹੁੰਚਾਉਣ ਦਾ ਕੰਮ ਕੌਣ ਕਰਦਾ? ਕਿਹੜਾ ਆਰਗਨ ਕਰਦਾ? ਸੋ ਉਹ ਹੈ nasal chambers। Then 48th question is the normal breathing process is controlled by। ਕਹਿੰਦੇ ਉਰੇ ਆਪਾਂ involuntary breathing ਦੀ ਗੱਲ ਨਹੀਂ ਕਰ ਰਹੇ, ਉਹ ਤਾਂ ਨਿਊਰੋਨਸ ਕੰਟਰੋਲ ਕਰਦੇ ਨੇ, ਆਪਾਂ ਪੜ ਚੁੱਕੇ ਹਾਂ। ਸੋ ਉਰੇ ਆਪਾਂ ਗੱਲ ਕਰ ਰਹੇ ਕਿ ਜਿਹੜਾ ਆਪਣਾ ਨਾਰਮਲ ਬਰੀਥਿੰਗ ਪ੍ਰੋਸੈਸ ਹੈ, ਜਿਹੜਾ ਆਪਣੇ ਲਈ ਜ਼ਰੂਰੀ ਹੈ ਸਾਹ ਲੈਣਾ, ਉਹ ਰੈਸਪੀਰੇਟਰੀ ਸਿਸਟਮ ਦਾ ਕਿਹੜਾ ਗਰੁੱਪ ਹੈ ਜਿਹੜਾ ਕਿ ਕੰਟਰੋਲ ਕਰਦਾ? ਸੋ ਉਹ ਹੈ ਆਪਸ਼ਨ ਡੀ। ਸੋ ਵੈਂਟਰਲ ਰੈਸਪੀਰੇਟਰੀ ਗਰੁੱਪ ਤੇ ਡੋਰਸਲ। ਸੋ ਵੈਂਟਰਲ ਤੇ ਡੋਰਸਲ ਤੁਸੀਂ ਇਹ ਯਾਦ ਰੱਖਣਾ ਹੈ। एग्जाम ਦੇ ਵਿੱਚ ਬਹੁਤ ਬੱਚੇ ਲੰਗਸ ਟਿਕ ਕਰਕੇ ਆਉਣਗੇ ਜੋ ਕਿ ਗਲਤ ਹੈ।
ਸੋ ਇਹ ਆਪਣੇ ਅੰਦਰ ਇੱਕ ਲੰਗਸ ਦੇ ਅੰਦਰ ਜੋ ਆਪਣਾ ਪੂਰਾ ਦਾ ਪੂਰਾ ਰੈਸਪੀਰੇਟਰੀ ਸਿਸਟਮ ਹੈ ਉਹਦੇ ਅੰਦਰ ਇੱਕ ਰੈਸਪੀਰੇਟਰੀ ਗਰੁੱਪ ਹੈ ਜਿੱਥੇ ਮੇਨ ਬਰੀਥਿੰਗ ਦਾ ਜਿਹੜਾ ਸਾਹ ਲੈਣ ਦਾ ਪ੍ਰੋਸੈਸ ਹੈ ਉਹ ਕੰਟਰੋਲ ਕੀਤਾ ਜਾਂਦਾ ਹੈ। ਸੋ ਉਹ ਹੈ ਵੈਂਟਰਲ ਤੇ ਡੋਰਸਲ। Then 49th is the World Health Day is celebrated on। So ਹੁਣ ਆਪਾਂ diseases ਦੀ ਗੱਲ ਕਰ ਰਹੇ ਹਾਂ, ਸਾਇੰਸ ਪੜ੍ਹ ਰਹੇ ਹਾਂ। ਸੋ ਆਪਣੇ ਲਈ ਇਸ ਦਿਨ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ World Health Day ਕਿਸ ਦਿਨ ਮਨਾਇਆ ਜਾਂਦਾ। ਸੋ ਇਹ ਮਨਾਇਆ ਜਾਂਦਾ ਹੈ 7 ਅਪ੍ਰੈਲ ਨੂੰ। ਤੁਸੀਂ ਇਸ ਡੇਟ ਨੂੰ ਯਾਦ ਰੱਖਣਾ ਹੈ। Then 50th question is cleanliness, physical exercise, rest, sleep। ਸਫਾਈ ਰੱਖਣੀ, ਐਕਸਰਸਾਈਜ਼ ਕਰਨੀ, ਰੈਸਟ ਲੈਣੀ, ਪ੍ਰੋਪਰ ਨੀਂਦ ਲੈਣੀ, ਇਹ ਕਿਸ ਚੀਜ਼ ਦਾ ਹਿੱਸਾ ਨੇ? ਸੋ ਇਹ ਆਪਣੀ ਖੁਦ ਦੀ ਆਪਣੀ ਪਰਸਨਲ ਹਾਈਜੀਨ ਦਾ ਹਿੱਸਾ ਨੇ। Next 51st is which of the following is not a bacterial disease। ਇਹਨਾਂ ਦੇ ਵਿੱਚੋਂ ਬੈਕਟੀਰੀਆ ਨਾਲ ਹੋਣ ਵਾਲੀ ਕਿਹੜੀ ਡਿਸੀਜ਼ ਨਹੀਂ ਹੈ? ਸੋ ਇਹਦਾ ਉੱਤਰ ਹੈ ਆਪਸ਼ਨ ਡੀ, ਇਹ ਸਾਰੀਆਂ ਹੀ ਨਾਨ ਬੈਕਟੀਰੀਅਲ ਡਿਸੀਜ਼ਜ਼ ਨੇ। Then 52nd is which of the following disease is also called Salmonella, Enterica, Serotype, Typhoid। ਸੋ ਇਹ ਕਿਹੜੀ ਡਿਸੀਜ਼ ਦਾ ਨਾਮ ਹੈ? ਸੋ ਇਹ ਹੈ ਟਾਈਫਾਇਡ ਦਾ ਨਾਮ। ਇਹਨੂੰ ਬਹੁਤ ਵਾਰੀ ਆਪਾਂ ਸੈਲਮੋਨੀਲਾ ਟਾਈਫਾਇਡ ਦੇ ਨਾਮ ਨਾਲ ਜਾਣਦੇ ਹਾਂ ਜਿਹਦੇ ਨਾਲ ਇਹ ਹੁੰਦਾ। ਸੋ ਇਹਦਾ ਪੂਰਾ ਨਾਮ ਤੁਸੀਂ ਯਾਦ ਰੱਖਣਾ ਹੈ ਕਿ ਕੀ ਹੈ? ਸੈਲਮੋਨੀਲਾ, ਇੰਟੈਰਿਕਾ, ਸੀਰੋਟਾਈਪ, ਟਾਈਫਾਇਡ। So next 53rd is which of the following cell organelle is absent in animal cell। So animal cell मतलब humans ਤੇ ਜਾਨਵਰ ਦੋਨੋਂ, ਤੇ ਇਹ plant cell ਦੇ ਵਿੱਚ present ਹੈ। ਸੋ ਇਹ ਹੈ cell wall। ਸੋ ਇਹ animal cell ਦੇ ਵਿੱਚ ਨਹੀਂ ਹੁੰਦੀ। Next ਹੈ ਕਹਿੰਦੇ ਇਹ ਜੀ ਕਿਹੜੀ cell organelle ਹੈ, cells ਦਾ ਇੱਕ part ਹੈ ਜਿਹਦੇ ਵਿੱਚ DNA ਨਹੀਂ ਹੁੰਦਾ। ਸੋ ਇਹ ਹੈ option B, lysosomes। ਬਾਕੀ ਨਿਊਕਲੀਅਸ, ਕਲੋਰੋਪਲਾਸਟ, ਮਾਈਟੋਕੌਂਡਰੀਆ ਇਹਨਾਂ ਸਾਰਿਆਂ ਦੇ ਵਿੱਚ DNA ਕਿਤੇ ਨਾ ਕਿਤੇ ਹੁੰਦਾ ਹੈ। So 55th is which of the following statement is true about cell theory। ਇਹਨਾਂ ਦੇ ਵਿੱਚੋਂ ਸੈੱਲ ਥਿਊਰੀ ਦੇ ਬਾਰੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਬੀ ਕਿ ਸੈੱਲ ਥਿਊਰੀ ਹੈ ਜਿਹੜੀ ਇਹ ਵਾਇਰਸਿਸ ਦੇ ਉੱਤੇ ਅਪਲਾਈ ਨਹੀਂ ਹੁੰਦੀ, ਸਿਰਫ ਐਲਗੀ ਹੋ ਗਏ, ਮਾਈਕਰੋਬਸ ਇਹਨਾਂ ਦੇ ਉੱਤੇ ਹੀ ਅਪਲਾਈ ਹੁੰਦੀ ਹੈ। ਨੈਕਸਟ ਹੈ 56 ਕਿਹੜਾ ਇਹ ਜਿਹਾ ਸਬਸਟੈਂਸ ਹੈ, ਇੱਕ ਸੈਲ ਆਰਗੇਨੈਲਿਸ ਦਾ ਪਾਰਟ ਹੈ ਜਿਹੜਾ ਪਲਾਜ਼ਮਾ ਮੈਂਬਰੇਨ ਦੇ ਅੰਦਰ ਘੁੰਮਦਾ ਰਹਿੰਦਾ, ਫਲੋਟ ਕਰਦਾ, ਜੈਲੀ ਲਾਈਕ ਸਬਸਟੈਂਸ ਹੈ। ਸੋ ਉਹ ਹੈ ਸਾਈਟੋਪਲਾਜ਼ਮ। ਤੁਸੀਂ ਸਾਈਟੋਪਲਾਜ਼ਮ ਦੇ ਲਈ ਜੈਲੀ ਲਾਈਕ ਵਰਡ ਨੂੰ ਯਾਦ ਰੱਖਣਾ। 57th is which of the following cell organelle is called the power house of the cell। ਇਹ ਕੁਐਸਚਨ ਤਾਂ ਇਸ ਟੌਪਿਕ ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਮੈਕਸਿਮਮ ਟਾਈਮ ਪੁੱਛਿਆ ਜਾਂਦਾ ਹੈ। ਕੋਈ ਵੀ ਐਗਜ਼ਾਮ ਹੈ, ਸਟੇਟ ਲੈਵਲ, ਸੈਂਟਰ ਲੈਵਲ, ਲੋਕਲ ਲੈਵਲ, ਸਾਰਿਆਂ ਦਾ ਇਹ ਫੇਵਰਿਟ ਕੁਐਸਚਨ ਹੈ ਬਾਇਓਲੋਜੀ ਦੇ ਵਿੱਚੋਂ। ਸੋ ਇਹ ਹੈ ਮਾਈਟੋਕੌਂਡਰੀਆ ਜਿਹਨੂੰ ਆਪਾਂ ਪਾਵਰ ਹਾਊਸ ਆਫ ਦ ਸੈਲ ਕਹਿੰਦੇ ਹਾਂ। Next ਹੈ which of the following cell organelle regulate the entry and exit of molecule to and from the cell। ਸੋ ਕਹਿੰਦੇ ਇੱਕ ਸੈੱਲ ਤੋਂ ਅੰਦਰ ਬਾਹਰ ਕਿਸੇ ਚੀਜ਼ ਨੇ ਜਾਣਾ ਹੈ, ਕਿਸੇ ਮੋਲੀਕਿਊਲ ਨੇ, ਤਾਂ ਉਹ ਕਿਹਦੇ ਥਰੂ ਹੁੰਦਾ ਹੈ? ਸੋ ਉਹ ਹੁੰਦਾ ਹੈ ਸੈਲ ਮੈਂਬਰੇਨ ਦੇ ਥਰੂ, ਜੋ ਕਿ ਇੱਕ ਪਲਾਂਟ ਤੇ ਐਨੀਮਲ ਸੈਲ ਦਾ ਆਊਟਰ ਪਾਰਟ ਹੈ। 59th which of the following cell organelle is called suicidal bag। ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੋ suicidal bag ਆਪਾਂ ਕਹਿੰਦੇ ਆ ਲਾਈਜ਼ੋਜ਼ੋਮਸ ਨੂੰ। Next ਹੈ 60th which of the following cell organelle is absent in prokaryotic cell। ਸੋ ਜਿਹੜੇ ਪ੍ਰੋਕੈਰੀਓਟਿਕ ਸੈੱਲ ਨੇ ਉਹਨਾਂ ਦੇ ਵਿੱਚ ਇਹਨਾਂ ਚੋਂ ਕਿਹੜੀ ਚੀਜ਼, ਕਿਹੜੀ ਸੈੱਲ ਆਰਗੇਨੈਲੀ ਨਹੀਂ ਹੈ? ਸੋ ਇਹਦਾ ਆਨਸਰ ਹੈ all। ਨਾ ਨਿਊਕਲੀਅਸ ਹੈ, ਨਾ ਲਾਈਜ਼ੋਜ਼ੋਮ ਹੈ, ਨਾ ਹੀ एंडोप्लाज्मिक रेटिकुलम है। 61st is which of the following cell organelle is present in plant cell but absent in animal cell। ਇਹਨਾਂ ਵਿੱਚੋਂ ਕਿਹੜਾ ਇਹ ਜਿਹਾ ਸੈਲ ਆਰਗੇਨੈਲੀ ਹੈ ਜਿਹੜੀ ਪਲਾਂਟਸ ਵਿੱਚ ਤੇ ਹੈਗੀ ਹੈ ਪਰ ਐਨੀਮਲਸ ਦੇ ਵਿੱਚ ਨਹੀਂ ਹੈ? ਸੋ ਉਹ ਹੈ ਕਲੋਰੋਪਲਾਸਟ। ਕਲੋਰੋਪਲਾਸਟ ਕੀ ਹੈ? ਇਹ ਕਲਰ ਦਿੰਦਾ ਪਲਾਂਟਸ ਦੇ ਲੀਵਸ ਨੂੰ। ਸੋ ਇਹਦੀ ਐਨੀਮਲ ਸੈਲ ਦੇ ਵਿੱਚ ਤਾਂ ਕੋਈ ਜ਼ਰੂਰਤ ਹੀ ਨਹੀਂ। ਨੈਕਸਟ ਹੈ 62nd ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕ੍ਰੋਮੋਸੋਮ ਬਾਰੇ ਸਹੀ ਹੈ, ਟਰੂ ਹੈ? ਸੋ ਫਰਸਟ ਹੈ ਇਟ ਇਜ਼ ਪ੍ਰੈਜ਼ੈਂਟ ਵਿਦਿਨ ਦ ਨਿਊਕਲੀਅਸ। ਸੈਕਿੰਡ ਹੈ ਕਿ ਇਹਦੇ ਵਿੱਚ ਜੀਨਸ ਹੁੰਦੇ ਨੇ ਜਿਹੜੇ ਕਿ ਅੱਗੇ ਦੀ ਅੱਗੇ ਜਨਰੇਸ਼ਨ ਚ ਇਨਹੈਰੀਟੈਂਸ ਦੇ ਲਈ ਹੈਲਪ ਕਰਦੇ ਨੇ। ਤੀਜਾ ਹੈ ਕਿ ਇਹਦੇ ਵਿੱਚ ਡੀਐਨਏ ਹੈ ਕ੍ਰੋਮੈਟਿਨ ਤੇ ਪ੍ਰੋਟੀਨ ਦੀ ਫਾਰਮ ਦੇ ਵਿੱਚ। ਇਹ ਲਾਈਨ ਬਹੁਤ ਇੰਪੋਰਟੈਂਟ ਹੈ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਡੀ, ਆਲ ਦੀ ਅਬਵ, ਕਿਉਂਕਿ ਇਹ ਤਿੰਨੋਂ ਚੀਜ਼ਾਂ ਹੀ
क्रोमोसोम्स ਹੁੰਦੀਆਂ ਨੇ ਤੇ ਤੁਸੀਂ ਇਹ ਯਾਦ ਰੱਖਣਾ ਹੈ ਕਿ क्रोमोसोम ਦੇ ਡੀਐਨਏ ਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਹੁੰਦੀਆਂ ਨੇ ਸੋ ਉਹ ਨੇ क्रोमैटिन एंड प्रोटीन सो ऑलरेडी ਇਹ ਇੱਕ स्टेट ਲੈਵਲ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਚੁੱਕਿਆ ਹੈ। नेक्स्ट है 63rd प्लांट्स ऑब्जर्व न्यूट्रिएंट थ्रू देयर प्लांट्स न्यूट्रिएंट किहदे जरिए लैंदे ने सो ये लैंदे ने अपनियां जड़ां चों अपनियां रूट्स चों सो ऑप्शन ए इज द राइट आंसर हियर। नेक्स्ट 64th which of the following mineral help in improving both quantity and quality of dry matter in leafy vegetable and protein in grain crops सो ਇਹਦਾ आंसर है नाइट्रोजन। जे नाइट्रोजन होगी ਚਾਹੇ ਉਹ ਕੋਈ ਸੁੱਕੇ ਹੋਏ ਲੀਫੀ ਵੈਜੀਟੇਬਲਸ ਨੇ ਆਪਣੇ ਜਾਂ ਕੋਈ ਗ੍ਰੇਨ ਕ੍ਰੌਪਸ ਹੈ ਉਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਚੀਜ਼ਾਂ ਲਈ ਜਿਹੜਾ ਮਿਨਰਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈ ਨਾਈਟ੍ਰੋਜਨ। ਤੇ ਆਪਾਂ ਪੜ੍ਹਦੇ ਹਾਂ ਕਿ ਕਈ ਵਾਰੀ ਕੀ ਹੁੰਦਾ ਖੇਤਾਂ ਦੇ ਵਿੱਚ ਫਸਲਾਂ ਵਧੀਆ ਨਹੀਂ ਉੱਗਦੀਆਂ ਤਾਂ ਉੱਥੇ ਨਾਈਟ੍ਰੋਜਨ ਫਿਕਸੇਸ਼ਨ ਦਾ ਪ੍ਰੋਸੈਸ ਕੀਤਾ ਜਾਂਦਾ ਹੈ ਦੁਬਾਰਾ ਤੋਂ ਨਾਈਟ੍ਰੋਜਨ ਹੈ ਜਿਹੜੀ ਉਹਨੂੰ ਰੀਸਟੋਰ ਕੀਤਾ ਜਾਂਦਾ ਹੈ ਇਨ ਆਰਡਰ ਟੂ ਐਕਸਪੈਂਡ ਦ ਫਰਟੀਲਿਟੀ ਆਫ ਕ੍ਰੌਪਸ ਐਂਡ ਦ ਸੋਇਲ। Next is 65th the main mode of nutrition in plants so plants ਦਾ main ਜਿਹੜਾ nutrition ਲੈਣ ਦਾ ਜ਼ਰੀਆ ਹੈ ਉਹ ਕੀ ਹੈ ਸੋ ਇਹ ਹੈ autotrophic ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। Next is 66 which of the following mineral is required for synthesis of chlorophyll ਸੋ chlorophyll ਨੂੰ ਆਪਣੇ ਅੰਦਰ ਲੈਣ ਦੇ ਲਈ synthesis ਕਰਨ ਦੇ ਲਈ ਕਿਹੜੇ ਇੱਕ important mineral ਦੀ ਜ਼ਰੂਰਤ ਹੈ ਸੋ ਉਹ ਹੈ iron option D। 67 waste removal system was established in which of the following cities for the first time very important question ਕਈ ਵਾਰ ਐਗਜ਼ਾਮ 'ਚ ਤੁਸੀਂ ਦੇਖਿਆ ਕਿ ਤੁਹਾਨੂੰ 에ਅਰ ਪੋਲਿਊਸ਼ਨ ਰੀਸਾਈਕਲਿੰਗ 'ਚੋਂ ਕੁਐਸਚਨ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਦੋਂ ਆਪਾਂ ਨੂੰ ਪੇਪਰ ਦੇ ਸਿਲੇਬਸ 'ਚ ਲਿਖਤਾ ਉਹਨਾਂ ਨੇ ਇਨਵਾਇਰਨਮੈਂਟ ਤਾਂ ਇਨਵਾਇਰਨਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ ਚਾਹੇ ਉਹ ਸਾਇੰਸ 'ਚੋਂ ਪਾ ਦੇਣ ਜਾਂ ਫਿਰ ਉਹ ਸਿੱਧਾ ਡਾਇਰੈਕਟਲੀ ਬਾਇਓਡਾਇਵਰਸਿਟੀ ਇਨਵਾਇਰਨਮੈਂਟ 'ਚੋਂ ਪਾ ਦੇਣ ਸੋ ਕਹਿੰਦੇ ਵੇਸਟ ਨੂੰ ਰਿਮੂਵ ਕਰਨ ਵਾਲਾ ਜਿਹੜਾ ਸਿਸਟਮ ਹੈ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਕਿਹੜੇ ਸ਼ਹਿਰ ਤੋਂ ਸਟਾਰਟ ਕੀਤਾ ਗਿਆ ਸੋ ਇਹ ਕੀਤਾ ਗਿਆ ਸੀ ਐਥਨਸ ਗ੍ਰੀਸ ਚੋਂ। ਨੈਕਸਟ 68th question is which of the following solid waste describe the term municipal solid waste ਸੋ ਜਿਹੜਾ ਆਪਣਾ ਲੋਕਲ ਲੈਵਲ ਦਾ ਮਿਊਨਿਸਿਪਲ ਵੇਸਟ ਹੁੰਦਾ ਇਹ ਕਿਸ ਤਰ੍ਹਾਂ ਦਾ ਵੇਸਟ ਹੁੰਦਾ ਸੋ ਇਹ ਹੁੰਦਾ ਨॉन ਹੈਜ਼ਾਰਡੀਅਸ ਬਿਨਾਂ ਕਿਸੇ ਡੇਂਜਰ ਵਾਲਾ। So 69th is the organic material of solid waste will decompose जो भी solid waste है कूड़ा है जो ਉਹਦੇ ਚ ਕੋਈ organic nature ਦੀਆਂ ਚੀਜ਼ਾਂ ਨੇ ਉਹ ਕਿਸ ਚੀਜ਼ ਦੇ ਹੈਲਪ ਦੇ ਨਾਲ decompose ਹੋਣਗੀਆਂ ਖਤਮ ਹੋਣਗੀਆਂ ਨਸ਼ਟ ਹੋਣਗੀਆਂ ਸੋ ਉਹ ਹੋਣਗੀਆਂ ਮਾਈਕਰੋ ਆਰਗੇਨਿਜ਼ਮਸ ਦੇ ਐਕਸ਼ਨ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ। ਸੋ ਅੱਜ ਦਾ ਆਪਣਾ ਇਸ ਸੀਰੀਜ਼ ਦਾ ਲਾਸਟ ਕੁਐਸਚਨ ਹੈ which of the following waste is called the municipal solid waste ਸੋ ਮਿਊਨਿਸਿਪਲ ਸੋਲਿਡ ਵੇਸਟ ਕਿਹਨੂੰ ਕਿਹਾ ਜਾਂਦਾ ਹੈ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਇਹ ਨਾਨ ਟੌਕਸਿਕ ਨਾਨ ਹੈਜ਼ਾਰਡੀਅਸ ਨੇਚਰ ਦਾ ਹੈ। ਸਭ ਤੋਂ ਪਹਿਲਾਂ ਇਹਦਾ ਸਿਸਟਮ ਕਿੱਥੇ ਆਇਆ ਸੀ ਐਥਨਸ ਦੇ ਵਿੱਚ। ਸੋ ਹੁਣ ਆਪਾਂ ਉਰੇ ਪੜ੍ਹ ਰਹੇ ਹਾਂ ਕਿ ਇਹਦੇ ਅੰਦਰ ਆਉਂਦਾ ਕੀ ਹੈ ਸੋ ਇਹਦੇ ਅੰਦਰ ਆਉਂਦੀਆਂ ਨੇ ਆਲ ਦੀ ਅਬਵ ਮਤਲਬ ਆਪਸ਼ਨ ਡੀ ਉਰੇ ਸਹੀ ਹੈ। ਸੋ ਇਹ ਤਿੰਨੋਂ ਚੀਜ਼ਾਂ ਆਉਂਦੀਆਂ ਨੇ ਚਾਹੇ ਕੋਈ ਫੂਡ ਵੇਸਟ ਹੈ ਵੁੱਡ ਪੀਸ ਹੈ ਪਲਾਸਟਿਕ ਕੈਨ ਹੈ ਸਭ ਕੁਝ ਮਿਊਨਿਸਿਪਲ ਸੋਲਿਡ ਵੇਸਟ ਕੈਟੇਗਰੀ ਦੇ ਅੰਦਰ ਆਉਂਦਾ ਹੈ। ਸੋ ਉਰੇ ਸਾਰੇ ਮੈਂ ਤੁਹਾਨੂੰ ਆਨਸਰਸ ਇੱਕ ਜਗ੍ਹਾ ਤੇ ਕੰਪਾਈਲ ਕਰਕੇ ਦੇਤੇ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਜਦੋਂ ਤੁਸੀਂ ਆਪ ਕੁਐਸਚਨਸ ਨੂੰ ਸੋਲਵ ਕਰਕੇ ਦੇਖੋਗੇ। ਸੋ ਤੁਸੀਂ ਪਹਿਲਾਂ ਬਿਨਾਂ ਆਨਸਰਸ ਦੇਖੇ ਕੁਐਸਚਨਸ ਨੂੰ ਸੋਲਵ ਕਰੋ ਫਿਰ ਉਹਨਾਂ ਦੇ ਆਨਸਰਸ ਨੂੰ ਉਰੋਂ ਚੈੱਕ ਕਰੋ। So this was all about today's lecture, a series on science and technology important MCQs. ਸੋ ਮੈਂ ਹਰ 2-3 ਦਿਨ ਦੇ ਗੈਪ ਦੇ ਨਾਲ ਇਸੇ ਤਰ੍ਹਾਂ ਤੁਹਾਡੇ ਨਾਲ MCQs ਡਿਸਕਸ ਕਰਦੀ ਰਹੂੰਗੀ ਜਿਹਦੇ ਨਾਲ ਸਾਇੰਸ ਦੀ ਤਿਆਰੀ ਆਪਣੀ ਨਾਲ ਚੱਲੂਗੀ। ਸੋ ਮੇਰਾ ਸੰਡੇ ਤੱਕ ਕੰਪਿਊਟਰ ਪੋਰਸ਼ਨ ਪੂਰਾ ਕੰਪਲੀਟ ਹੋ ਜਾਊਗਾ ਸਬ ਇੰਸਪੈਕਟਰ ਐਗਜ਼ਾਮ ਲਈ। ਸੋ ਪਲੀਜ਼ ਡੂ ਲੈਟ ਮੀ ਨੋ ਕਿ ਮੈਂ ਤੁਹਾਨੂੰ ਪਹਿਲਾਂ ਹੁਣ ਪੰਜਾਬ ਜੀਕੇ ਕਰਵਾਵਾਂ or you want me to take up economics or any other subject for that matter. So I will prepare my lectures accordingly. Please do like, share, subscribe to my channel. Keep supporting. Thank you and good luck.